ਗੁਰੂ ਸਾਹਿਬ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦੀਪਾ ਹੁਤੋ ਕਾਸਰਾ ਰੂਰ, ਸ੍ਰੀ ਅਰਜਨ ਕੇ ਰਹਿਤ ਹਜੂਰ। ਦੀਪਾ ਹੁਤੋ ਕਾਸਰਾ ਰੂਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਇਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪਾਂ ਸਾਰੇ ਹੀ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਥਾ ਸਰਵਣ ਕਰ ਰਹੇ ਹਾਂ। ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। 18 ਗੁਰੂ ਜੀ ਦੇ ਸਿੱਖ ਸਤਿਗੁਰੂ ਜੀ ਦੇ ਹਜ਼ੂਰ ਆਏ, ਉਹਨਾਂ ਦੇ ਨਾਮ ਵੀ ਆਪ ਜੀ ਨੇ ਸਰਵਣ ਕੀਤੇ। ਮਹਾਰਾਜ ਜੀ ਨੂੰ ਆ ਕੇ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਗਰੀਬ ਨਵਾਜ ਮਹਾਰਾਜ, ਅਸੀਂ ਸੁਲਤਾਨਪੁਰ ਦੇ ਰਹਿਣ ਵਾਲੇ ਹਾਂ। ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਤੋਂ ਸਿੱਖੀ ਧਾਰਨ ਕੀਤੀ ਹੈ। ਅੰਮ੍ਰਿਤ ਵੇਲੇ ਵੀ ਉੱਠਦੇ ਹਾਂ, ਇਸ਼ਨਾਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਦਾਨ ਪੁੰਨ ਵੀ ਕਰਦੇ ਹਾਂ, ਪਰ ਸਾਡਾ ਮਹਾਰਾਜ ਮਨ ਸ਼ਾਂਤ ਨਹੀਂ ਹੁੰਦਾ ਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਮਨ ਸ਼ਾਂਤ ਕਿਵੇਂ ਹੋਏਗਾ, ਸਤਿਗੁਰੂ ਜੀ ਨੇ ਇਹ ਉਪਦੇਸ਼ ਉਹਨਾਂ ਨੂੰ ਬਖਸ਼ਿਸ਼ ਕੀਤਾ ਜੀ। ਇਹ ਕਥਾ ਆਪ ਜੀ ਨੇ ਸੰਗਤ ਜੀ ਕੱਲ ਸਰਵਣ ਕੀਤੀ ਸੀ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਰਜੋਗੁਣ ਤੇ ਤਮੋ ਗੁਣ ਹੈ ਨਾ, ਉਹਨਾਂ ਚਿਰ ਸ਼ਾਂਤੀ ਨਹੀਂ ਆਉਂਦੀ ਜੀ। ਵਡਿਆਈ ਦੀ ਇੱਛਾ ਹੋਣੀ, ਈਰਖਾਲੂ ਹੋਣਾ, ਕ੍ਰੋਧੀ ਹੋਣਾ, ਅਜਿਹੇ ਕੰਮ ਕਰਨ ਦੇ ਨਾਲ ਸ਼ਾਂਤੀ ਨਹੀਂ ਆਉਂਦੀ ਜੀ। ਸਤੋ ਗੁਣ ਕਿਵੇਂ ਆਵੇਗਾ? ਮਹਾਰਾਜ ਨੇ ਦੱਸਿਆ, ਭਾਈ ਸਾਦਾ ਭੋਜਨ ਛਕਣ ਦੇ ਨਾਲ ਸਤੋ ਗੁਣ ਆਉਂਦਾ ਹੈ। ਸਾਦਾ ਭੋਜਨ ਛਕਣ ਦੇ ਨਾਲ ਸੰਗਤ ਜੀ ਜਿਹਨੇ ਆਪਣਾ ਭੋਜਨ ਸਹੀ ਕਰ ਲਿਆ ਨਾ, ਭਜਨ 'ਚ ਆਪੇ ਹੀ ਮਨ ਜੁੜੇਗਾ ਜੀ। ਭੋਜਨ ਦਾ ਤੇ ਭਜਨ ਦਾ ਬੜਾ ਆਪਸ ਵਿੱਚ ਪੱਕਾ ਸੰਬੰਧ ਹੈਗਾ ਜੀ। ਫਿਰ ਇਹ ਵੀ ਗੱਲ 'ਚ ਕੱਲਾ ਪਦਾਰਥਾਂ ਦੇ ਉੱਤੇ ਗੱਲ ਨਹੀਂ ਡਿਪੈਂਡ ਕਰਦੀ। ਜਿਹੋ ਜੀ ਕਮਾਈ ਦਾ ਭੋਜਨ ਬਣਿਆ ਨਾ, ਉਹ ਵੀ ਅਸਰ ਕਰਦੀ ਗੱਲ ਜੀ। ਰਿਸ਼ਵਤ ਦੀ ਕਮਾਈ ਦਾ ਪ੍ਰਸ਼ਾਦਾ ਛਕ ਕੇ ਬੰਦਾ ਕਵੇ ਮੈਂ ਬ੍ਰਹਮ ਗਿਆਨੀ ਬਣ ਜਾ, ਸੰਤ ਸਾਧੂ ਗੁਰਸਿੱਖ ਬਣ ਜਾ, ਨਹੀਂ ਬਣਿਆ ਜਾਣਾ ਜੀ। ਫਿਰ ਬਣਾਉਣ ਵਾਲੇ ਦੀ ਨੀਅਤ ਕੈਸੀ ਹੈ, ਇਸ ਗੱਲ ਦਾ ਵੀ ਅਸਰ ਪੈਂਦਾ ਹੈ ਜੀ। ਬਣਾਉਣ ਵਾਲਾ ਜਿਹੜਾ ਹੈ ਉਹ ਕਿਸ ਨੀਅਤ ਨਾਲ ਬਣਾ ਰਿਹਾ, ਕਿਸ ਭਾਵਨਾ ਦੇ ਨਾਲ ਬਣਾ ਰਿਹਾ, ਇਹਦਾ ਵੀ ਅਸਰ ਪੈਂਦਾ ਭੋਜਨ ਦੇ ਉੱਤੇ ਜੀ। ਮਹਾਰਾਜ ਕਹਿਣ ਲੱਗੇ ਭੋਜਨ ਸੁਧਾਰ ਲਵੋ, ਭਜਨ 'ਚ ਤੁਹਾਡਾ ਆਪੇ ਹੀ ਮਨ ਜੁੜ ਜਾਏਗਾ। ਭੋਜਨ ਸੁਧਾਰੋ ਆਪਣਾ। ਗੁਰਸਿੱਖਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਉਹਨੂੰ ਮੰਨਿਆ ਜੀ। ਮਹਾਰਾਜ ਕਹਿਣ ਲੱਗੇ ਸੁਲਤਾਨਪੁਰ ਵਿੱਚ ਤਾਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਭਗਤੀ ਦੇ ਭੰਡਾਰੇ ਭਰੇ ਹੈ। ਹੁਣ ਅੱਗੋਂ ਅੱਜ ਭਾਈ ਦੀਪਾ ਕਾਸਰਾ ਜੀ ਗੁਰੂ ਅਰਜਨ ਦੇਵ ਜੀ ਦੇ ਇੱਕ ਸਿੱਖ ਹੋਏ ਆ, ਉਹਨਾਂ ਦੀ ਕਥਾ ਹੈ। ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੀਪਾ ਹੁਤੋ ਕਾਸਰਾ ਰੂਰ। ਭਾਈ ਦੀਪਾ ਕਾਸਰਾ ਜੀ ਹਜੂਰ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੇਵਾ ਕਰਦੇ ਹਨ। ਹਾਂਜੀ, ਸ੍ਰੀ ਅਰਜਨ ਕੇ ਰਹਿਤ ਹਜੂਰ। ਸਦਾ ਹੀ ਮਹਾਰਾਜ ਜੀ ਦੇ ਹਜੂਰ ਰਹਿ ਕੇ ਸੇਵਾ ਕਰਦੇ ਆ, ਗੁਰੂ ਸਾਹਿਬ ਜੀ ਦੇ ਪਾਸ ਰਹਿ ਕੇ ਸੇਵਾ ਕਰਦੇ ਆ। ਮਹਾਰਾਜ ਗਰੀਬ ਨਵਾਜ ਜੀ ਦੇ ਸਦਾ ਸਾਹਮਣੇ ਰਹਿਣਾ, ਸੇਵਾ ਕਰਦੇ ਰਹਿਣਾ ਜੀ। ਚੇਤਾ ਰੱਖਿਓ, ਆਪਾਂ ਸੰਸਾਰੀ ਕੰਮਕਾਰ ਕਰਦੇ ਹਾਂ ਤੇ ਬਚਦੇ ਸਮੇਂ ਵਿੱਚ ਸੇਵਾ ਕਰਦੇ ਹਾਂ ਜੀ। ਹਾਂਜੀ, ਬਚਦੇ ਸਮੇਂ 'ਚ ਬਾਣੀ ਪੜ੍ਹ ਲਈ, ਕਥਾ ਸੁਣ ਲਈ, ਕੀਰਤਨ ਸੁਣ ਲਿਆ, ਸਾਰੀ ਦਿਹਾੜੀ ਕੰਮ ਕੀਤਾ। ਪਰ ਕੁਝ ਸਿੱਖ ਐਸੇ ਨੇ ਜਿਨ੍ਹਾਂ ਨੇ ਜਨਮ ਹੀ ਸੇਵਾ ਬਣਾ ਲਈ ਆਪਣਾ ਜੀ। ਜਨਮ ਹੀ ਸੇਵਾ ਨੂੰ ਬਣਾ ਲਿਆ, ਭਾਵ ਉਹਨਾਂ ਦਾ ਕੰਮ ਹੀ ਸੇਵਾ ਕਰਨੀ ਹੈ ਜੀ। ਹਾਂਜੀ, ਸੇਵਾ ਕਰਹਿ ਸਰਬ ਪ੍ਰਕਾਰ। ਭਾਈ ਦੀਪਾ ਜੀ ਹਰ ਤਰ੍ਹਾਂ ਦੀ ਸੇਵਾ ਕਰਦੇ ਜੀ, ਹਰ ਤਰ੍ਹਾਂ ਦੀ ਜੀ। ਹਾਂਜੀ, ਜੋ ਸਿੱਖ ਆਏ ਗੁਰੂ ਦਰਬਾਰ। ਜੇ ਕਿਸੇ ਸਿੱਖ ਨੇ ਗੁਰੂ ਦਰਬਾਰ ਵਿੱਚ ਆਉਣਾ, ਭਾਈ ਸਾਹਿਬ ਨੇ ਉਹਦੀ ਸਭ ਤਰ੍ਹਾਂ ਦੀ ਸੇਵਾ ਕਰਨੀ। ਹੁਣ ਧਿਆਨ ਨਾਲ ਸੁਣਿਓ, ਕੁਝ ਬੰਦੇ ਕਹਿੰਦੇ ਅਸੀਂ ਚੌਰ ਸਾਹਿਬ ਹੀ ਕਰਨਾ, ਝਾੜੂ ਨਹੀਂ ਫੇਰਨਾ ਜੀ। ਹਾਂਜੀ, ਕੁਝ ਕਹਿੰਦੇ ਸਾਨੂੰ ਭਾਂਡੇ ਮਾਂਜਣੇ ਚੰਗੇ ਲੱਗਦੇ ਆ, ਅਸੀਂ ਦਰੀਆਂ ਨਹੀਂ ਵਿਛਾਉਣੀਆਂ ਜੀ। ਹਾਂਜੀ, ਸੇਵਾ ਦਾ ਵੀ ਨਾ ਬੰਦੇ ਦਾ ਆਪੋ ਆਪਣਾ ਸਵਾਦ ਬਣਿਆ ਹੋਇਆ ਜੀ। ਕਈਆਂ ਦਾ ਜੋੜੇ ਝਾੜਨ ਨੂੰ ਮਨ ਕਰਦਾ, ਚੰਗੇ ਨੇ, ਕਰਦੇ ਤਾਂ ਹੈਗੇ ਨੇ ਨਾ, ਪਰ ਚੇਤਾ ਰੱਖਿਓ ਕੁਝ ਸਿੱਖ ਰੱਬ ਦੇ ਪਿਆਰੇ ਐਸੇ ਨੇ ਜਿਹੜੇ ਸਾਰੀਆਂ ਹੀ ਸੇਵਾਵਾਂ ਕਰਦੇ ਜੀ। ਜਿਹੜੀ ਸੇਵਾ ਕਰਨ ਨੂੰ ਮਿਲ ਗਈ, ਧੰਨ ਭਾਗ ਜਾਣਨੇ ਉਹਨਾਂ ਨੇ ਜੀ। ਝਾੜੂ ਫੇਰਨ ਨੂੰ ਮਿਲ ਗਿਆ ਤਾਂ ਵੀ ਧੰਨ ਭਾਗ, ਭਾਂਡੇ ਮਾਂਜਣ ਦੀ ਸੇਵਾ ਮਿਲ ਗਈ ਤਾਂ ਵੀ ਧੰਨ ਭਾਗ, ਚੌਰ ਸਾਹਿਬ ਕਰਨ ਦੀ ਸੇਵਾ ਮਿਲ ਗਈ ਤਾਂ ਵੀ ਧੰਨ ਭਾਗ ਜੀ। ਉਹਨਾਂ ਦਾ ਕੰਮ ਹੈ, ਉਹਨਾਂ ਸੇਵਾ ਕਰਨੀ ਜੀ। ਹਾਂਜੀ,
ਉੱਤਮ ਭੋਜਨ ਕਰ ਅਚਵਾਵੈ। ਹੁਣ ਭਾਈ ਦੀਪਾ ਜੀ ਲਾਂਗਰੀ ਵੀ ਬੜੇ ਵਧੀਆ ਜੀ। ਹਾਂਜੀ, ਹੁਣ ਦਾਲ ਤੇ ਨਹੀਂ ਨਾ ਹਰ ਸਿੱਖ ਬਣਾ ਸਕਦਾ ਜੀ, ਖੀਰ ਤੇ ਨਹੀਂ ਨਾ ਹਰ ਸਿੱਖ ਬਣਾ ਸਕਦਾ। ਇਹ ਆਪੋ ਆਪਣੀ ਸੇਵਾ ਜੀ। ਭਾਈ ਸਾਹਿਬ ਨੇ ਲਾਂਗਰੀ ਦੀ ਵੀ ਸੇਵਾ ਕਰਨੀ ਜੀ। ਹਾਂਜੀ, ਤਿਨ ਕੀ ਝੂਠ ਆਪ ਲੈ ਖਾਵੈ। ਸੰਗਤ ਨੂੰ ਵੀ ਵਰਤਾਉਣਾ, ਤੇ ਇੰਨਾ ਮਨ ਕੋਮਲ ਹੋ ਗਿਆ ਜੋ ਸੰਗਤ ਦਾ ਵਧਿਆ ਹੋਣਾ ਨਾ ਜੀ। ਕਿਸੇ ਦੀ ਥਾਲੀ ਚੋਂ ਚੱਪਾ ਪ੍ਰਸ਼ਾਦਾ, ਕਿਸੇ ਦੀ ਥਾਲੀ ਚੋਂ ਕੁਝ, ਉਹਨੂੰ ਛਕ ਲੈਣਾ ਤੇ ਲੰਗਰ ਦਾ ਪ੍ਰਸ਼ਾਦਾ ਨਾ ਛਕਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਝੂਠ ਛਕ ਲੈਣੀ। ਆਪਾਂ ਕੋਈ ਵੀ ਝੂਠ ਛਕ ਕੇ ਰਾਜੀ ਨਹੀਂ ਹੋਵਾਂਗੇ ਜੀ। ਹਾਂਜੀ, ਸਿੱਖਨ ਕੇ ਭਗਤ ਹੋਵਨ ਕਰੈ। ਫਿਰ ਜਦੋਂ ਸੰਗਤਾਂ ਨੇ ਆਉਣਾ, ਉਹਨਾਂ ਸਮਿਆਂ 'ਚ ਇੰਜ ਚਰਨ ਗੰਗਾ ਨਹੀਂ ਸੀ ਹੁੰਦੀ ਜੀ। ਇੱਕ ਸਿੱਖ ਨੇ ਫੜ ਕੇ ਖਲੋਤੇ ਹੋਣਾ ਜੀ ਪਾਣੀ, ਉਹਨੇ ਹੱਥ ਧਵਾਉਣੇ, ਪੈਰ ਵੀ ਧਵਾਉਣੇ ਸੰਗਤ ਦੇ ਜੀ। ਇਹ ਵੀ ਬੜੀ ਵੱਡੀ ਸੇਵਾ ਜੀ। ਇਹ ਸੇਵਾ ਵੀ ਭਾਈ ਦੀਪਾ ਜੀ ਨੇ ਕਰਨੀ ਜੀ। ਹਾਂਜੀ, ਥਕਤ ਹੋਏ ਤਿਸ ਚਾਪੀ ਭਰੈ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਤੁਰ ਕੇ ਆਉਂਦੀਆਂ ਸਨ ਸੰਗਤਾਂ, ਬੜੇ ਦੂਰੋਂ ਦੂਰੋਂ ਆਉਣਾ ਜੀ ਤੁਰ ਕੇ। ਹਾਂਜੀ, ਤੇ ਬੜੀ ਚਾਅ, ਬੜੀ ਲਗਨ ਦੇ ਨਾਲ, ਬੜੇ ਚਾਅ ਦੇ ਨਾਲ ਸੰਗਤਾਂ ਦੀ ਮੁੱਠੀ ਚਾਪੀ ਕਰਨੀ ਜੀ। ਮੁੱਠੀ ਚਾਪੀ ਕਰਨੀ, ਜਿਹਨੂੰ ਆਪਾਂ ਸਿੱਧੀ ਜੀ ਪੰਜਾਬੀ 'ਚ ਕਹਿੰਦੇ ਲੱਤਾਂ ਘੁੱਟਣੀਆਂ ਜੀ। ਉਹ ਵੀ ਸੇਵਾ ਕਰਨੀ ਜੀ। ਇਹ ਨਾ ਜੀ ਬੰਦੇ ਦਾ ਮਨ ਹੀ ਇਹੋ ਜਿਹਾ ਬਣਿਆ ਹੁੰਦਾ ਜੀ। ਜਿਹੜੇ ਸੇਵਾਦਾਰ ਹੁੰਦੇ ਨਾ ਜੀ, ਇਹਨਾਂ ਦਾ ਮਨ ਇਹੋ ਜਿਹਾ ਬਣਿਆ ਹੁੰਦਾ। ਅੱਛਾ, ਕਈ ਗੁਰਸਿੱਖ ਕਥਾ ਸੁਣਦਿਆਂ ਇਹਨਾਂ ਗੱਲਾਂ ਨੂੰ ਜ਼ਿੰਦਗੀ 'ਚ ਧਾਰ ਲੈਂਦੇ ਜੀ। ਜ਼ਿੰਦਗੀ 'ਚ ਧਾਰ ਲੈਂਦੇ, ਉਹ ਇਹ ਗੱਲਾਂ ਨੂੰ ਅਪਣਾਉਣ ਲੱਗ ਪੈਂਦੇ। ਮੈਂ ਇੱਕ ਗੁਰਸਿੱਖ ਦੇ ਦਰਸ਼ਨ ਕੀਤੇ ਜੀ। ਹਰਿਮੰਦਰ ਸਾਹਿਬ ਇੱਕ ਮਾਤਾ ਬੈਠੀ ਜੀ, ਆਪਣੀਆਂ ਲੱਤਾਂ ਆਪ ਘੁੱਟ ਰਹੀ ਸੀ ਜੀ। ਹਾਂਜੀ, ਉਸ ਗੁਰਸਿੱਖ ਨੇ ਮਾਤਾ ਨੂੰ ਬੇਨਤੀ ਕੀਤੀ ਤੇ ਮਾਤਾ ਦੀਆਂ ਲੱਤਾਂ ਘੁੱਟਣ ਲੱਗ ਪਏ, ਮੁੱਠੀ ਚਾਪੀ ਕਰਨ ਲੱਗ ਪਏ ਜੀ। ਮੈਨੂੰ ਵੇਖ ਕੇ ਬਹੁਤ ਚੰਗਾ ਲੱਗਾ ਜੀ, ਬਹੁਤ ਚੰਗਾ ਲੱਗਾ ਜੀ। ਭਾਈ ਦੀਪਾ ਜੀ ਵੀ ਇਸ ਤਰ੍ਹਾਂ ਕਰਦੇ ਨੇ ਜੀ। ਹਾਂਜੀ, ਨਗਨ ਦੇਖ ਕਰ ਬਸਤਰ ਉਡਾਵੈ। ਤੇ ਜਿਸ ਕਿਸੇ ਕੋਲ ਕੱਪੜੇ ਨਾ ਹੋਣੇ ਉਹਨੂੰ ਕੱਪੜੇ ਦੇਣੇ ਜੀ। ਹਾਂਜੀ, ਚਰਚਾ ਗੁਰੂ ਸ਼ਬਦ ਨਿਤ ਭਾਵੈ। ਇਹ ਕਾਰਜ ਕਰਦਿਆਂ ਵੀ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਰਹਿਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਚਰਚਾ ਕਰਦੇ ਰਹਿਣਾ, ਚਰਚਾ ਜੀ, ਵਿਚਾਰ ਵਟਾਂਦਰਾ ਕਰਦੇ ਰਹਿਣਾ ਜੀ। ਹਾਂਜੀ, ਸ੍ਰੀ ਅਰਜਨ ਪ੍ਰਸੰਨ ਹੋਵੈ ਕਹਿਓ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਦੀਪਾ ਉੱਤੋਂ ਨਹੀਂ ਸੇਵਾ ਕਰਦਾ, ਮਨੋਂ ਸੇਵਾ ਕਰਦਾ ਹੈ ਜੀ। ਗੁਰੂ ਸਾਹਿਬ ਨੂੰ ਤੇ ਸਭ ਦਾ ਹੀ ਪਤਾ ਲੱਗਦਾ ਜੀ। ਮਹਾਰਾਜ ਗੁਰੂ ਅਰਜਨ ਦੇਵ ਜੀ ਭਾਈ ਦੀਪਾ ਜੀ ਉੱਤੇ ਬਹੁਤ ਖੁਸ਼ ਹੋਏ ਜੀ। ਹਾਂਜੀ, ਦੀਪ ਪ੍ਰਕਾਸ਼ ਦੀਪ ਤੇ ਲਹਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੀਪੇ ਨਾਮ ਤੇ ਦੀਪਾ ਜਗਿਆ ਕੇ ਬੁਝਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਭਾਈ ਦੀਪਾ ਜੀ ਨੇ ਆਖਿਆ, ਮਹਾਰਾਜ ਬੁਝਿਆ ਹੋਇਆ, ਮਿਹਰ ਕਰ ਦਿਓ ਤੇ ਜਗਾ ਦਿਓ। ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾਈ, ਭਾਈ ਦੀਪੇ ਨੂੰ ਜਗਾ ਦਿੱਤਾ ਜੀ। ਹਾਂਜੀ, ਮਨ ਜਾਗ ਗਿਆ ਜੀ। ਮਨ ਹੋਰ ਭਜਨ 'ਚ ਲੱਗ ਗਿਆ, ਅੰਦਰ ਹੋਰ ਰੱਬ ਦੇ ਸਿਮਰਨ 'ਚ ਜੁੜ ਗਿਆ ਜੀ। ਚੇਤਾ ਰੱਖਿਓ, ਬਹੁਤ ਬੰਦੇ ਬੁਝੇ ਹੀ ਹੁੰਦੇ ਨੇ ਜੀ। ਅੰਧਕਾਰ ਕੋ ਹੋਤ ਵਿਨਾਸ਼, ਤਿਮ ਦੀਪੇ ਕੋ ਗਿਆਨ ਪ੍ਰਕਾਸ਼। ਜਿਵੇਂ ਦੀਵਾ ਜਗਣ ਦੇ ਨਾਲ ਇੱਕਦਮ ਹਨੇਰਾ ਚਲੇ ਜਾਂਦਾ ਜੀ। ਹੁਣ ਧਿਆਨ ਰੱਖਿਓ, ਹਨੇਰੇ ਨੂੰ ਬਾਹਰ ਕੱਢਣਾ ਹੋਵੇ ਨਾ ਜੀ ਤੇ ਦਬਕੇ ਮਾਰੋ ਤੇ ਹਨੇਰਾ ਬਾਹਰ ਨਹੀਂ ਜਾਂਦਾ ਜੀ। ਹਨੇਰੇ ਨੂੰ ਆਖੋ ਤੈਨੂੰ ਕੁੱਟਣਾ, ਹਨੇਰਾ ਤਾਂ ਵੀ ਬਾਹਰ ਨਹੀਂ ਜਾਂਦਾ। ਫੜ ਕੇ ਵੀ ਹਨੇਰੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਹਨੇਰਾ ਉਦੋਂ ਹੀ ਦੂਰ ਹੁੰਦਾ ਹੈ ਜਦੋਂ ਦੀਵਾ ਜਗਦਾ ਹੈ ਜੀ। ਮਹਾਰਾਜ ਕਹਿੰਦੇ ਨਾ, ਦੀਵਾ ਬਲੈ ਅੰਧੇਰਾ ਜਾਏ। ਜਿਵੇਂ ਦੀਵਾ ਬਲਦਾ ਤੇ ਹਨੇਰਾ ਦੂਰ ਹੋ ਜਾਂਦਾ ਹੈ ਨਾ, ਇਸ ਤਰ੍ਹਾਂ ਭਾਈ ਦੀਪਾ ਜੀ ਦੇ ਅੰਦਰ ਚਾਨਣ ਹੋ ਗਿਆ ਜੀ। ਨਾਮ ਦਾ ਚਾਨਣ ਹੋ ਗਿਆ, ਸਿਮਰਨ ਦਾ ਚਾਨਣ ਹੋ ਗਿਆ ਜੀ। ਹਮਨੇ ਇਹ ਦੀਪਕ ਸਮ ਕਰਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਨੇ ਭਾਈ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਵੀ ਆਖਿਆ। ਮਹਾਰਾਜ ਕਹਿੰਦੇ, ਸੰਗਤ ਜੀ ਭਾਈ ਦੀਪੇ ਨੂੰ ਦੀਵਾ ਬਣਾ ਦਿੱਤਾ ਹੀ। ਕਹਿਣ ਲੱਗੇ, ਜਗਿਆ ਹੋਇਆ ਦੀਵਾ ਬਣਾਇਆ। ਦੀਵੇ ਬੁਝੇ ਵੀ ਹੁੰਦੇ ਜੀ। ਹਾਂਜੀ,
ਜਗਿਆ ਹੋਇਆ ਦੀਵਾ ਮਹਾਰਾਜ ਕਹਿੰਦੇ ਬਣਾਤਾ, ਲਓ ਹੁਣ ਇਹ ਜਗ ਗਿਆ ਜੀ। ਹਾਂਜੀ, ਜੋ ਇਸ ਮਿਲੈ ਸੋ ਨਿਸ਼ਚੈ ਧਰਿਓ। ਜਿਹੜਾ ਇਹਨੂੰ ਮਿਲੇਗਾ, ਇਹ ਭਾਵਨਾ ਰੱਖਿਓ ਇਹ ਦੀਵਾ ਹੈ, ਉਹਨੂੰ ਚਾਨਣ ਮਿਲੇਗਾ। ਕਾਹਦਾ ਚਾਨਣ ਮਿਲੇਗਾ? ਉਹਨੂੰ ਨਾਮ ਦਾ ਚਾਨਣ ਮਿਲੇਗਾ। ਉਹਦੇ ਅੰਦਰ ਸਬਰ ਸੰਤੋਖ ਆਏਗਾ। ਜਿਹੜਾ ਭਾਈ ਦੀਪੇ ਦੇ ਦਰਸ਼ਨ ਕਰਿਆ ਕਰੇਗਾ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਸੇਵਾ ਕਰਨ ਵਾਲਿਆਂ ਨੂੰ ਕਿੰਨੀਆਂ ਕਿੰਨੀਆਂ ਬਖਸ਼ਿਸ਼ਾਂ ਮਿਲਦੀਆਂ ਜੀ, ਕਿੰਨੀਆਂ ਕਿੰਨੀਆਂ ਰਹਿਮਤਾਂ ਸੱਚੇ ਪਾਤਸ਼ਾਹ ਉਹਨਾਂ ਉੱਤੇ ਕਰਦੇ ਜੀ। ਹਾਂਜੀ, ਇਸ ਪ੍ਰਕਾਰ ਜਿਨ ਸੇਵ ਕਮਾਈ। ਇਸ ਤਰੀਕੇ ਨਾਲ ਜਿੰਨੇ ਜਿੰਨੇ ਵੀ ਸਤਿਗੁਰੂ ਜੀ ਦੀ ਸੇਵਾ ਕਮਾਈ ਦੀ ਸੇਵਾ ਕੀਤੀ, ਸੋ ਨਿਸਤਰੇ ਗੁਰੂ ਸ਼ਰਨਾਈ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ, ਜਿੰਨੇ ਜਿੰਨੇ ਸੇਵਾ ਕੀਤੀ ਉਹਦਾ ਉਧਾਰ ਹੋ ਗਿਆ ਜੀ। ਵੇਖੋ ਨਾ, ਜਦੋਂ ਦਰਬਾਰ ਸਾਹਿਬ ਬਣਿਆ ਕਿੰਨਿਆਂ ਨੇ ਸੇਵਾ ਕੀਤੀ, ਮਹਾਰਾਜ ਨੇ ਕਿੰਨਿਆਂ ਨੂੰ ਕਿੰਨੀਆਂ ਹੀ ਬਖਸ਼ਿਸ਼ਾਂ ਦਿੱਤੀਆਂ ਜੀ। ਫਿਰ ਜੀ ਸੰਗਤ ਦੀ ਖੇਚਲ ਤੇ ਕਰਨੀ ਪੈਣੀ ਹੈ, ਹੱਥ ਤੇ ਹਿਲਾਉਣਾ ਹੀ ਪੈਣਾ ਬੰਦੇ ਨੂੰ ਜੀ। ਬੰਦਾ ਆਖੇ ਖੇਚਲ ਵੀ ਕੋਈ ਨਾ ਕਰਾਂ, ਸੇਵਾ ਵੀ ਕੋਈ ਨਾ ਕਰਾਂ ਤੇ ਮੈਂ ਬ੍ਰਹਮ ਗਿਆਨੀ ਬਣ ਜਾ, ਮੇਰਾ ਨਾਮ 'ਚ ਧਿਆਨ ਜੁੜ ਜੇ, ਨਹੀਂ। ਅੰਦਰ ਰੌਣਕ ਲਾਉਣੀ ਪਏਗੀ ਜੀ। ਰੌਣਕ ਵੈਸੇ ਲੱਗੀ ਹੈ, ਅੰਦਰ ਵਿਕਾਰਾਂ ਦੀ ਰੌਣਕ ਲੱਗੀ ਜੀ। ਜੇ ਨਾਮ ਨੂੰ ਟਿਕਾਉਣਾ ਹੈ, ਇਹਦੇ ਲਈ ਵੀ ਅੰਦਰ ਰੌਣਕ ਲਾਉਣੀ ਪਏਗੀ। ਸੇਵਾ ਦੀ, ਕੀਰਤਨ ਦੀ, ਕਥਾ ਦੀ, ਬਾਣੀ ਦੀ ਅੰਦਰ ਰੌਣਕ ਲੱਗੇਗੀ, ਆਪੇ ਹੀ ਨਾਮ ਦਾ ਅੰਦਰ ਪ੍ਰਕਾਸ਼ ਹੋਏਗਾ ਜੀ। ਦੀਵਾ ਜਗਾਉਣਾ ਹੈ, ਰੌਸ਼ਨੀ ਕਰਨੀ, ਦੀਵਾ ਵੀ ਚਾਹੀਦਾ, ਘਿਓ ਵੀ ਚਾਹੀਦਾ, ਬੱਤੀ ਵੀ ਚਾਹੀਦੀ ਤੇ ਅੱਗ ਵੀ ਚਾਹੀਦੀ ਜੀ। ਆ ਰੌਣਕ ਲਾਉਣੀ ਪਏਗੀ। ਬੰਦਾ ਅੰਦਰ ਰੌਣਕ ਨਹੀਂ ਲਾਉਂਦਾ, ਕਹਿੰਦਾ ਧਿਆਨ ਨਹੀਂ ਲੱਗਦਾ। ਨਹੀਂ, ਰੌਣਕ ਲਾਈਏ, ਕਿਉਂ ਨਹੀਂ ਧਿਆਨ ਜੁੜੇਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਸ ਬੰਦੇ ਦਾ ਕੱਲਿਆਂ ਮਨ ਨਾ ਲੱਗੇ ਜੀ, ਬੰਦਾ ਟਿਕੇ ਨਾ। ਲਾਗੇ ਚਾਰ ਜੀ ਆ ਜਾਣ, ਰੌਣਕ ਹੋਵੇ, ਉਹ ਟਿਕ ਜਾਂਦਾ ਜੀ। ਇਸੇ ਤਰ੍ਹਾਂ ਅੰਦਰ ਨਾਮ ਟਿਕੇਗਾ ਜਦੋਂ ਸ਼ੁਭ ਗੁਣਾਂ ਦੀ ਰੌਣਕ ਹੋਏਗੀ ਅੰਦਰ ਜੀ। ਸੋ ਭਾਈ ਦੀਪਾ ਜੀ ਨੂੰ ਦੀਪੇ ਵਰਗਾ ਹੀ ਮਹਾਰਾਜ ਨੇ ਕਰ ਦਿੱਤਾ ਜੀ, ਦੂਜਿਆਂ ਨੂੰ ਚਾਨਣ ਦੇਣ ਵਾਲਾ ਬਣਾ ਦਿੱਤਾ ਜੀ। ਹਾਂਜੀ, ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਸੁਦਾਸਰ ਬਾਸ। ਇਸ ਤਰੀਕੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਕਰ ਰਹੇ ਨੇ ਜੀ। ਹਾਂਜੀ, ਸੰਗਤ ਆਵੈ ਦਰਸ ਕੋ ਸ੍ਰੀ ਗੁਰ ਅਰਜਨ ਪਾਸ। ਬਹੁਤ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਪਹੁੰਚ ਰਹੀਆਂ ਨੇ। ਹਾਂਜੀ, ਚੌਪਈ। ਏਕ ਕਪੂਰ ਦੇਉ ਸਿੱਖ ਭਾਰੀ। ਆਖੋ ਵਾਹਿਗੁਰੂ। ਵਾਹਿਗੁਰੂ। ਇੱਕ ਸਿੱਖ ਹੈ ਬੜਾ ਮਹਾਨ, ਭਾਰੀ ਸ਼ਬਦ ਆਇਆ ਨਾ, ਮਹਾਨ। ਉਹਦਾ ਨਾਮ ਹੈ ਭਾਈ ਕਪੂਰ ਦੇਵ ਜੀ। ਕੀ ਨਾਮ ਹੈ? ਹਾਂ, ਸੁਤ ਬਨਤਾ ਜੁਤ ਸਿੱਖੀ ਧਾਰੀ। ਉਹਦਾ ਪੁੱਤਰ ਵੀ ਸਿੱਖ ਹੈ, ਪਤਨੀ ਵੀ ਸਿੱਖਣੀ ਹੈ, ਸਾਰਾ ਪਰਿਵਾਰ ਹੀ ਸਿੱਖ ਹੈ ਜੀ ਉਹਦਾ ਜੀ। ਹਾਂਜੀ, ਸੇਵਾ ਕਰ ਪ੍ਰਸੰਨ ਸਿੱਖ ਕਰੈ। ਭਾਈ ਕਪੂਰ ਦਿਓ ਜੀ ਬੜੇ ਪਿਆਰ ਨਾਲ ਆਏ ਗਏ ਗੁਰਸਿੱਖਾਂ ਦੀ ਸੇਵਾ ਕਰਦੇ ਆ। ਹਾਂਜੀ, ਬੜੋ ਪ੍ਰੇਮ ਮਿਲਬੋ ਸਭ ਧਰੈ। ਸਾਰਿਆਂ ਨੂੰ ਮਿਲਣ ਲੱਗਿਆਂ ਪ੍ਰੇਮ ਰੱਖਦੇ ਆ ਜੀ। ਕਈ ਬੰਦੇ ਹੁੰਦੇ ਆ, ਕਈਆਂ ਨੂੰ ਮਿਲਣ ਲੱਗਿਆਂ ਪ੍ਰੇਮ ਰੱਖਦੇ, ਕਈਆਂ ਨੂੰ ਨਹੀਂ ਰੱਖਦੇ ਜੀ। ਆਪੋ ਆਪਣੇ ਸੁਭਾਅ ਹੈ। ਭਾਈ ਕਪੂਰ ਦੇਵ ਜੀ ਹਰ ਇੱਕ ਨੂੰ ਪ੍ਰੇਮ ਨਾਲ ਮਿਲਦੇ ਜੀ, ਹਰ ਇੱਕ ਨੂੰ ਪ੍ਰਸੰਨ ਰੱਖਦੇ ਜੀ। ਹਾਂਜੀ, ਇੱਕ ਦਿਨ ਸ੍ਰੀ ਅਰਜਨ ਕੋ ਪੁੱਛਾ। ਭਾਈ ਕਪੂਰ ਦੇਵ ਜੀ ਮਹਾਰਾਜ ਦੇ ਕੋਲ ਬੈਠੇ, ਮੌਕਾ ਮਿਲ ਗਿਆ ਗੁਰੂ ਜੀ ਨਾਲ ਗੱਲ ਕਰਨ ਦਾ ਜੀ। ਸਿੱਖ ਬੜੇ ਹੁੰਦੇ ਸੀਗੇ ਜੀ। ਭਾਈ ਕਪੂਰ ਦੇਵ ਜੀ ਹੱਥ ਜੋੜ ਕੇ ਮਹਾਰਾਜ ਨੂੰ ਪੁੱਛਣ ਲੱਗੇ। ਹਾਂਜੀ, ਸਿੱਖ ਪਿਆਰੋ ਤੁਮਰੋ ਉਰ ਸੂਛਾ। ਸੱਚੇ ਪਾਤਸ਼ਾਹ, ਕੋਈ ਨਿਰਮਲ ਹਿਰਦੇ ਵਾਲਾ ਆਪਣਾ ਸਿੱਖ ਤੁਹਾਡਾ ਹੋਵੇ। ਹਾਂਜੀ, ਤਿਨ ਕੋ ਦਰਸ਼ਨ ਮੋਹਿ ਕਰਾਵਹੁ। ਮਹਾਰਾਜ ਮੈਨੂੰ ਉਹਦੇ ਦਰਸ਼ਨ ਕਰਾਓ, ਉਹਦੇ ਦਰਸ਼ਨ ਕਰਾਓ। ਬਹੁਤ ਨਿਰਮਲ ਮਨ ਵਾਲਾ ਹੋਵੇ, ਸਾਰਿਆਂ ਦਾ ਭਲਾ ਕਰਦਾ ਹੋਵੇ। ਅਸੀਂ ਵੀ ਚਾਹੁੰਦੇ ਹਾਂ ਕਿਸੇ ਰੱਬ ਦੇ ਪਿਆਰੇ ਸੰਤ ਦੇ ਸਾਨੂੰ ਦਰਸ਼ਨ ਹੋ ਜਾਣ ਜੀ। ਭਾਈ ਕਪੂਰ ਦੇਵ ਜੀ ਨੇ ਵੀ ਆਖਿਆ। ਹਾਂਜੀ, ਇਸ ਥਲ ਹੈ ਕਿ ਅਪਰ ਬਤਾਵਹੁ। ਮਹਾਰਾਜ ਇੱਥੇ ਉਹ ਸਿੱਖ ਰਹਿੰਦਾ ਜਾਂ ਕਿੱਥੇ ਰਹਿੰਦਾ, ਮਹਾਰਾਜ ਕਿਰਪਾ ਕਰਕੇ ਦੱਸਿਓ। ਹਾਂਜੀ, ਸ਼੍ਰੀ ਮੁਖ ਤੇ ਫੁਰਮਾਵਨ ਕਿਯ ਤਿਹ। ਹਾਂ, ਫਿਰ ਪੜੋ।
ਸ੍ਰੀ ਮੁਖ ਤੇ ਫੁਰਮਾਵਨ ਕੇ ਤਿਹ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਬਚਨ ਕਰਨ ਲੱਗੇ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਸੰਮਨ ਹੈ ਸ਼ਹਿਬਾਜਪੁਰੇ ਮਹਿ। ਹਾਂ, ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਸੰਮਨ ਰਹਿੰਦਾ ਹੀ ਸੰਮਨ ਸਿੱਖ ਸ਼ਹਿਬਾਜਪੁਰ ਵਿੱਚ ਜੀ। ਹਾਂਜੀ, ਸਹਾਬਪੁਰ ਵੀ ਵੈਸੇ ਕਈ ਕਹਿ ਦਿੰਦੇ ਆ, ਤੇ ਉਂਝ ਸਹਿਬਾਜਪੁਰ ਨਾਮ ਚੱਲਦਾ ਜੀ। ਹਾਂਜੀ, ਦਾਸ ਨੇ ਦਰਸ਼ਨ ਕੀਤੇ ਜੀ ਉੱਥੋਂ ਦੇ ਜੀ। ਹਾਂਜੀ, ਸੁਨਤ ਕਪੂਰ ਦੇਵ ਤਹ ਗਇਓ। ਜਾ ਭਾਈ ਸੰਮਣ ਦੇ ਦਰਸ਼ਨ ਕਰ ਲਾ ਕਹਿਣ ਲੱਗੇ। ਹਾਂਜੀ, ਤਰਨ ਤਾਰਨ ਦੇ ਇਲਾਕੇ ਵਿੱਚ ਹੈ ਜੀ। ਭਾਈ ਕਪੂਰ ਦੇਵ ਜੀ ਨੇ ਜਦੋਂ ਸੁਣਿਆ ਚਲੇ ਗਏ ਜੀ ਉਸ ਪਾਸੇ। ਹੁਣ ਵੇਖ ਲਓ, ਭਾਈ ਸੰਮਣ ਜੀ ਕੋਲ ਤੇ ਨਹੀਂ ਮਹਾਰਾਜ ਦੇ ਰਹਿੰਦੇ ਜੀ, ਪਰ ਗੁਰੂ ਸਾਹਿਬ ਦੇ ਮਨ 'ਚ ਥਾਂ ਹੈਗੀ ਜੀ ਉਹਨਾਂ ਦੀ ਜੀ। ਹਾਂਜੀ, ਸੰਮਣ ਸੰਗ ਮੇਲ ਤਿਨ ਕੀਓ। ਤੇ ਭਾਈ ਕਪੂਰ ਦੇਵ ਜੀ ਭਾਈ ਸੰਮਣ ਨੂੰ ਮਿਲੇ ਜੀ ਜਾ ਕੇ। ਹਾਂਜੀ, ਸੇਵਾ ਕਰ ਨਿਜ ਸਦਨ ਉਤਾਰਾ। ਭਾਈ ਸਾਹਿਬ ਭਾਈ ਸੰਮਣ ਜੀ ਨੇ ਬੜੇ ਪਿਆਰ ਨਾਲ ਸੇਵਾ ਕੀਤੀ ਕਪੂਰ ਦੇਵ ਦੀ, ਆਪਣੇ ਘਰ ਠਹਿਰਾਇਆ ਜੀ। ਹਾਂਜੀ, ਆਪ ਕਰਨ ਲੱਗਿਓ ਅਸਕਾਰਾ। ਆਪ ਇੱਕ ਕੰਮ ਕਰਨ ਲੱਗ ਪਏ ਜੀ। ਹਾਂਜੀ, ਈਂਧਨ ਅਧਿਕ ਮੋਲ ਕੋ ਆਨਾ। ਬਹੁਤ ਮਹਿੰਗੀਆਂ ਲੱਕੜਾਂ ਲੈ ਕੇ ਆਂਦੀਆਂ ਜੀ। ਹਾਂਜੀ, ਸਫ ਸ਼ਤਰੰਜੀ ਤਿਆਰ ਸੋ ਠਾਨਾ। ਤੇ ਆਪ ਨਾ ਸ਼ਤਰੰਜੀ ਚਟਾਈ ਤਿਆਰ ਕਰਨ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਆਮ ਹੀ ਘਰਾਂ 'ਚ ਬੀਬੀਆਂ ਤੱਪੜ ਜੋੜ ਕੇ ਤੇ ਚਟਾਈਆਂ ਬਣਾਉਂਦੀਆਂ ਹੁੰਦੀਆਂ ਸਨ ਜੀ। ਚਟਾਈ ਤਿਆਰ ਕਰਨ ਲੱਗ ਪਏ ਭਾਈ ਸੰਮਣ ਜੀ। ਹਾਂਜੀ, ਅਪਰ ਸਮਗਰੀ ਬਸਤਰ ਆਦ। ਹੋਰ ਸਮੱਗਰੀ ਕੱਪੜੇ ਤਿਆਰ ਕਰੀ ਜਾਣ। ਹਾਂਜੀ, ਲਿਆਵਤ ਭਇਓ ਸੋ ਮਨ ਅਹਿਲਾਦ। ਬੜੀ ਖੁਸ਼ੀ ਖੁਸ਼ੀ ਚਟਾਈ ਤਿਆਰ ਕੀਤੀ, ਲੱਕੜਾਂ ਮੰਗਾਈਆਂ, ਵਸਤੂਆਂ ਸਦੀਆਂ। ਹਾਂਜੀ, ਕਰ ਕਰ ਤਿਆਰ ਸਦਨ ਮਹਿ ਧਰੈ। ਤੇ ਤਿਆਰ ਕਰ ਕਰਕੇ ਸਾਂਭੀ ਜਾਣ ਦੀ ਸਾਰਾ ਕੁਛ ਦੀ। ਹਾਂਜੀ, ਵਾਹਿਗੁਰੂ ਮੁਖ ਨਾਮ ਉਚਰੈ। ਤਿਆਰ ਕਰਦਿਆਂ ਕਰਦਿਆਂ ਪਤਾ ਕੀ ਕਹਿਣ? ਵਾਹਿਗੁਰੂ 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 ਵਾਹਿਗੁਰੂ। ਸਾਰਾ ਕੰਮ ਕਰਦਿਆਂ ਵਾਹਿਗੁਰੂ ਵਾਹਿਗੁਰੂ ਆਖਿਆ ਜੀ। ਨੇਮ ਬਣਾ ਲਓ ਆਪਣੀ ਜ਼ਿੰਦਗੀ ਦਾ ਕਿ ਵੀ ਇੱਕ ਕੰਮ ਦਾ ਹੀ ਨੇਮ ਬਣਾ ਲਓ। ਇੱਕ ਕੰਮ ਦਾ, ਬੇਬੀਆਂ ਇੱਕ ਕੰਮ ਦਾ ਭਾਵੇਂ ਬਣਾ, ਆਟਾ ਗੁੰਨਦਿਆਂ ਹੀ ਨਾਮ ਜਪਣਾ। ਹਾਂਜੀ, 5-7 ਮਿੰਟ ਲੱਗਦੇ ਹੋਣਗੇ ਜੀ, ਹੱਦ 10 ਮਿੰਟ 15 ਮਿੰਟ। ਗੱਲ ਨਹੀਂ ਕਰਨੀ, ਨਾਮ ਜਪਣਾ। ਭਾਈ ਨੇਮ ਬਣਾ ਲਓ, ਪੱਗ ਬੰਨ੍ਹਦਿਆਂ ਨਾਮ ਜਪਣਾ ਜੀ। ਦਸਤਾਰ ਸਜਾਉਂਦਿਆਂ ਵਾਹਿਗੁਰੂ ਵਾਹਿਗੁਰੂ ਬੋਲਣਾ, ਕਿਸੇ ਨਾਲ ਗੱਲ ਨਹੀਂ ਕਰਨੀ। ਕਪੂਰ ਦੇਵ ਜੀ ਵੇਖਣ ਦੇ ਆ ਸੰਮਣ ਜੀ ਸਾਰਾ ਕੰਮ ਕਰੀ ਜਾਂਦੇ, ਨਾਲੇ ਮੁਖ ਤੋਂ ਖੁਸ਼ੀ ਨਾਲ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ। ਹਾਂਜੀ, ਕਪੂਰ ਦੇਵ ਸਭ ਵੇਖਤ ਰਹਿਓ। ਕਪੂਰ ਦੇਵ ਜੀ ਸਾਰਾ ਕੁਝ ਵੇਖਦੇ ਰਹੇ ਜੀ। ਹਾਂਜੀ, ਜਿਹ ਪ੍ਰਕਾਰ ਕਰਤ ਬਹੁ ਲਹਿਓ। ਜਿਵੇਂ ਜਿਵੇਂ ਸੰਮਣ ਜੀ ਕਰਦੇ ਗਏ ਜੀ, ਉਵੇਂ ਉਵੇਂ ਕਪੂਰ ਦੇਵ ਜੀ ਵੇਖਦੇ ਗਏ ਜੀ। ਹਾਂਜੀ, ਜਬ ਕਰ ਕਾਰ ਆਇਓ ਢਿਗ ਸੋਏ। ਸਾਰਾ ਕੰਮ ਕਰਕੇ ਭਾਈ ਸੰਮਣ ਜੀ ਕਪੂਰ ਦੇਵ ਦੇ ਕੋਲ ਆ ਗਏ ਜੀ। ਹਾਂਜੀ, ਕਪੂਰ ਦੇਵ ਪਿਖ ਬਿਸਮੈ ਹੋਏ। ਕਪੂਰ ਦੇਵ ਜੀ ਹੈਰਾਨੀ ਨਾਲ ਉਸ ਸਿੱਖ ਨੂੰ ਪੁੱਛਣ ਲੱਗੇ। ਹਾਂਜੀ, ਬੈਠ ਨਿਕਟ ਤਿਨ ਪੂਛੀ ਫੇਰ। ਧੰਨ ਭਾਗ ਤੁਮ ਦਰਸ਼ਨ ਹੇਰ। ਕਪੂਰ ਦੇਵ ਜੀ ਕਹਿਣ ਲੱਗੇ, ਧੰਨ ਭਾਗ ਭਾਈ ਸਾਹਿਬ, ਮੈਂ ਤੁਹਾਡੇ ਦਰਸ਼ਨ ਕੀਤੇ। ਜਦੋਂ ਦਾ ਮੈਂ ਆਇਆ ਵੇਖਣ ਆ ਤੁਸੀਂ ਨਾਮ ਹੀ ਜਪੀ ਜਾਂਦੇ ਜੇ, ਕੰਮ ਕਾਰ ਕਰਦੇ ਆ ਨਾਮ ਹੀ ਜਪੀ ਜਾਂਦੇ ਜੇ। ਬੜੇ ਵੱਡੇ ਭਾਗ ਤੁਹਾਡੇ ਦਰਸ਼ਨ ਹੋ ਗਏ। ਹਾਂਜੀ, ਦਇਆ ਕਰੀ ਦਰਸ਼ਨ ਦੇ ਆਨੋ। ਤੇ ਕਪੂਰ ਦੇਵ ਜੀ ਨੂੰ ਸੰਮਣ ਜੀ ਕਹਿੰਦੇ, ਨਹੀਂ ਦਇਆ ਤੇ ਤੁਸੀਂ ਕੀਤੀ, ਆ ਕੇ ਦਰਸ਼ਨ ਦਿੱਤੇ ਜੇ, ਚੱਲ ਕੇ ਆਏ ਦਰਸ਼ਨ ਦਿੱਤੇ ਆ। ਹਾਂਜੀ, ਕੌਣ ਕਾਜ ਮੁਖ ਕਰੋ ਬਖਾਨੋ। ਦੱਸੋ ਮੈਂ ਕੀ ਸੇਵਾ ਕਰਾਂ, ਕੀ ਕੰਮ ਹੈ ਤੁਹਾਨੂੰ ਮੇਰੇ ਨਾਲ। ਹਾਂਜੀ, ਕਹਿਓ ਕਪੂਰ ਦੇਵ ਕਿਆ ਕਰਾਂ। ਕਪੂਰ ਦੇਵ ਜੀ ਨੇ ਅੱਗੋਂ ਫਿਰ ਇਸ ਤਰ੍ਹਾਂ ਆਖਿਆ ਵੀ ਤੁਸੀਂ ਸਿੱਖ ਭਾਈ ਸਾਹਿਬ ਭਾਈ ਸੰਮਣ ਜੀ ਕੀ ਕਰ ਰਹੇ ਸੀਗੇ। ਹਾਂਜੀ, ਮੋਹੇ ਗੁਰ ਪਠਿਓ ਨਾ ਢਿਗ ਕੁਛ ਥਿਰੈ। ਤੇ ਮੈਨੂੰ ਗੁਰੂ ਸਾਹਿਬ ਨੇ ਤੁਹਾਡੇ ਦਰਸ਼ਨਾਂ ਲਈ ਭੇਜਿਆ, ਪਰ ਮੈਂ ਵੇਖ ਰਿਹਾ ਤੁਸੀਂ ਮੇਰੇ ਕੋਲ ਥੋੜ੍ਹਾ ਜਿਹਾ ਸਮਾਂ ਬੈਠੇ, ਬਾਕੀ ਸਮਾਂ ਕੰਮ ਹੀ ਕਰਦੇ ਰਹੇ। ਮੈਨੂੰ ਉਚੇਚਾ ਮਾਰਨ ਨੇ ਤੁਹਾਡੇ ਕੋਲ ਭੇਜਿਆ। ਹਾਂਜੀ, ਕਹਿਤ ਭਇਓ ਇੱਕ ਕਾਜ ਹਜੂਰ। ਫਿਰ ਪੜ੍ਹ, ਕਹਿਤ ਭਇਓ ਇਹ ਕਾਜ ਹਜੂਰ। ਫਿਰ ਪੜ੍ਹ।
ਕਹਿਤ ਭਇਓ ਇਹ ਕਾਜ ਜਰੂਰ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਸਮਣ ਜੀ ਕਹਿਣ ਲੱਗੇ ਵੀ ਇਹ ਕੰਮ ਜਿਹੜਾ ਮੈਂ ਕਰ ਰਿਹਾ ਸੀ ਨਾ, ਇਹ ਬੜਾ ਜ਼ਰੂਰੀ ਕੰਮ ਸੀ ਕਹਿਣ ਲੱਗੇ। ਹਾਂਜੀ। ਰਹੋ ਨਿਸਾ ਸਭ ਤੋਰ ਹਦੂਰ। ਇੱਕ ਰਾਤ ਰਹਿ ਤੈਨੂੰ ਪਤਾ ਲੱਗ ਜਾਏਗਾ ਸਾਰੀ ਗੱਲ ਵੀ ਮੈਂ ਇਹ ਕੰਮ ਕਿਉਂ ਕਰ ਰਿਹਾ ਸਾਂ। ਹਾਂਜੀ। ਸਭ ਦਿਨ ਮਹਿ ਧੰਦਾ ਕਰ ਲੀਨ। ਹਾਂਜੀ। ਨਿਸ ਮਹਿ ਸੁਤ ਪਿਤ ਕੀਰਤਨ ਕੀਨ। ਤੇ ਉਹ ਕਪੂਰ ਦੇਵ ਜੀ ਰਾਤ ਰਹਿ ਪਏ ਜੀ। ਕਪੂਰ ਦੇਵ ਜੀ ਨੇ ਪਤਾ ਕੀ ਵੇਖਿਆ, ਪਿਓ ਤੇ ਪੁੱਤ ਨੇ ਸਾਰੀ ਦਿਹਾੜੀ ਨਾਮ ਜਪਦਿਆਂ ਕੰਮ ਕੀਤਾ ਜੀ। ਪਿਓ ਤੇ ਪੁੱਤਰ ਨੇ ਸਾਰੀ ਦਿਹਾੜੀ ਨਾਮ ਜਪਦਿਆਂ ਕੰਮ ਕੀਤਾ ਜੀ। ਰਾਤ ਬਹਿ ਗਏ ਦੋਵੇਂ ਪਿਓ ਪੁੱਤ ਤੇ ਕੀਰਤਨ ਕਰਨ ਲੱਗ ਪਏ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਦੱਸੋ ਬਿਰਲੇ ਪਿਓ ਪੁੱਤ ਇਹੋ ਜਿਹੇ ਹੋਣਗੇ ਜੀ। ਹਾਂਜੀ। ਕਰਿਓ ਪ੍ਰਸੰਨ ਰਹੇ ਤਿਸ ਪਾਸ। ਹਾਂਜੀ। ਭਈ ਪ੍ਰਾਤ ਜਬ ਉਦਿਓ ਪ੍ਰਕਾਸ਼। ਤੇ ਰਾਤ ਕਪੂਰ ਦੇਵ ਜੀ ਦੀ ਵੀ ਬੜੀ ਸੇਵਾ ਕੀਤੀ ਜੀ। ਹਾਂਜੀ। ਤਹਾਂ ਧਾਰਵੀ ਲੀਨਸ ਮਾਲ। ਤੇ ਰਾਤ ਬਤੀਤ ਹੋ ਗਈ, ਦਿਨ ਚੜਿਆ ਜੀ। ਦਿਨੇ ਵੀ ਕੰਮਾਂ ਕਾਰਾਂ 'ਚ ਲੱਗ ਪਏ। ਧਾੜ ਵੀ ਆਏ ਜੀ, ਧਾੜ ਵੀ। ਹਾਂਜੀ। ਪੀਛੇ ਪਰੀ ਗੁਹਾਰ ਬਿਲਾ ਵਿਸਾਲ। ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਦੇ ਪਿੱਛੇ ਵੱਡੀ ਵਹੀਰ ਲੱਗੀ ਹੋਈ ਸੀਗੀ ਜੀ। ਧਾੜ ਵੀ ਚੋਰੀ ਕਰਕੇ ਭੱਜ ਰਹੇ ਸਨ। ਉਹਨਾਂ ਪਿੱਛੇ ਬੜੇ ਲੋਕ ਭੱਜ ਰਹੇ ਸੀ ਫੜਨ ਵਾਸਤੇ। ਹਾਂਜੀ। ਵਿੱਚ ਸੰਮਣ ਕੋ ਸੁਤ ਚੱਲ ਗਇਓ। ਭਾਈ ਸੰਮਣ ਦੇ ਪੁੱਤ ਨੇ ਵੀ ਵੇਖਿਆ ਵੀ ਇਹ ਜਾ ਰਹੇ ਆ ਲੋਕ ਚੋਰ ਨੂੰ ਫੜਨ ਵਾਸਤੇ, ਉਹ ਵੀ ਵਿੱਚੇ ਤੁਰ ਪਏ ਜੀ। ਹਾਂਜੀ। ਗੋਰੀ ਲਗੀ ਮ੍ਰਿਤਕ ਸੋ ਭਇਓ। ਤੇ ਉਹ ਕਰਦਿਆਂ ਨਾ ਜੀ ਉੱਥੇ ਗੋਲੀ ਚੱਲੀ ਤੇ ਸੰਮਣ ਦੇ ਪੁੱਤ ਨੂੰ ਗੋਲੀ ਵੱਜ ਗਈ ਜੀ। ਤੇ ਗੋਲੀ ਵੱਜਣ ਨਾਲ ਤਤਕਾਲ ਹੀ ਉਹਦੀ ਮੌਤ ਹੋ ਗਈ ਜੀ। ਹਾਂਜੀ। ਕਰ ਰਾਖਿਓ ਬਹੁ ਕਾਸ਼ਟ ਤਿਆਰੀ। ਤੇ ਉਧਰ ਸਰੀਰ ਚੁੱਕ ਕੇ ਜਦੋਂ ਘਰ ਲੈ ਕੇ ਗਏ ਤੇ ਲੱਕੜਾਂ ਪਹਿਲਾਂ ਹੀ ਭਾਈ ਸੰਮਣ ਨੇ ਤਿਆਰ ਕੀਤੀਆਂ ਸੀ ਕੱਲ ਦੀਆਂ ਹੀ ਜੀ। ਹਾਂਜੀ। ਸੋ ਲੈ ਕਰ ਸੁਤ ਚਿਖਾ ਸਵਾਰੀ। ਬਸ ਉਹ ਛੇਤੀ ਦੇ ਨਾਲ ਲੱਕੜਾਂ ਇਕੱਠੀਆਂ ਕੀਤੀਆਂ, ਆਪਣੇ ਪੁੱਤਰ ਨੂੰ ਚਿਖਾ ਤੇ ਰੱਖਿਆ ਜੀ। ਹਾਂਜੀ। ਤਿਹ ਉਚਵਾਏ ਜਬਹੇ ਲੈ ਚਾਲੇ। ਹਾਂਜੀ। ਸੰਮਣ ਕੀਰਤਨ ਕਰਤ ਵਿਸਾਲੇ। ਤੇ ਉਹ ਪੁੱਤਰ ਵਾਸਤੇ ਚਿਖਾ ਟਿਣ ਲਈ ਉਹਨਾਂ ਲੱਕੜਾਂ ਨਾਲ। ਜਦੋਂ ਪੁੱਤਰ ਦੀ ਅਰਥੀ ਤੁਰੀ ਨਾ ਤੇ ਭਾਈ ਸੰਮਣ ਉਹੋ ਹੀ ਸ਼ਬਦ ਪੜ੍ਹੇ ਜਿਹੜਾ ਰਾਤ ਦੋਵਾਂ ਪਿਓ ਪੁੱਤਾਂ ਨੇ ਪੜ੍ਹਿਆ ਸੀ ਇਕੱਠੇ ਹੋ ਕੇ ਜੀ। ਅੱਗੇ ਅੱਗੇ ਕੀਰਤਨ ਕਰਦਾ ਤੁਰਿਆ ਜਾਵੇ ਜੀ। ਹਾਂਜੀ। ਸੁਤ ਮ੍ਰਿਤ ਕੇ ਆਗੇ ਚੱਲ ਗਇਓ। ਮਰੇ ਹੋਏ ਪੁੱਤਰ ਦੇ ਅੱਗੇ ਅੱਗੇ ਭਾਈ ਸੰਮਣ ਬਾਣੀ ਪੜ੍ਹਦੇ ਹੋਏ ਜਾ ਰਹੇ ਨੇ ਜੀ। ਵਾਹਿਗੁਰੂ। ਹਾਂਜੀ। ਕਾਸ਼ਟ ਸੰਗ ਦਾਹ ਕਰ ਦਇਓ। ਉਹਨਾਂ ਲੱਕੜਾਂ ਤੇ ਸਰੀਰ ਰੱਖਿਆ ਤੇ ਸੰਸਕਾਰ ਕਰ ਦਿੱਤਾ ਜੀ। ਹਾਂਜੀ। ਨਰ ਬਤਰਾਵਨ ਕੋ ਜਬ ਆਏ। ਹੁਣ ਲੋਕ ਤੇ ਕਬਾਉਣ ਆਉਂਦੇ ਹੀ ਆ। ਜਦੋਂ ਲੋਕ ਪਿੰਡ ਦੇ ਕਬਾਉਣ ਵਾਸਤੇ ਆਏ ਜੀ। ਹਾਂਜੀ। ਸਫ ਸਤਰੰਜੀ ਦੀਨ ਡਸਾਏ। ਤੇ ਜਿਹੜੀ ਚਟਾਈ ਕੱਲ ਰੱਬ ਦਾ ਨਾਮ ਜਪਦਿਆਂ ਤਿਆਰ ਕੀਤੀ ਉਹ ਵਿਛਾ ਦਿੱਤੀ ਜੀ। ਹਾਂਜੀ। ਪਿਖਤ ਕਪੂਰ ਦੇਓ ਬਿਸਮਾਇਓ। ਭਾਈ ਕਪੂਰ ਦੇਵ ਜੀ ਬੜਾ ਹੈਰਾਨ ਹੋਏ ਜੀ। ਹਾਂਜੀ। ਕਹਿਓ ਜੇ ਤੈਂ ਪੂਰਬ ਲਖ ਪਾਇਓ। ਗੱਜ ਕੇ ਆਖੋ ਵਾਹਿਗੁਰੂ। ਭਾਈ ਕਪੂਰ ਦੇਵ ਜੀ ਕੱਲ ਪੁੱਛਦੇ ਸੀਗੇ ਵੀ ਤੁਸੀਂ ਮੇਰੇ ਲਾਗੇ ਨਹੀਂ ਬਹਿੰਦੇ। ਸੰਮਣ ਜੀ ਕਹਿੰਦੇ ਬੜਾ ਜ਼ਰੂਰੀ ਕੰਮ ਕਰਨੇ ਆ। ਕਪੂਰ ਦੇਵ ਨੂੰ ਪਤਾ ਲੱਗ ਗਿਆ ਵੀ ਸੰਮਣ ਨੂੰ ਪਤਾ ਹੀ ਕੱਲ ਮੇਰੇ ਪੁੱਤ ਨੇ ਚਾਲਾ ਮਾਰ ਜਾਣਾ। ਕਪੂਰ ਦੇਵ ਜੀ ਕਹਿੰਦੇ ਜੇ ਤੁਹਾਨੂੰ ਪਤਾ ਹੀ ਤੁਹਾਡੇ ਪੁੱਤਰ ਨੇ ਚਾਲਾ ਮਾਰ ਜਾਣਾ। ਹਾਂਜੀ। ਗੁਰ ਤੇ ਜਾਚ ਲੇਤ ਸੁਤ ਬੈਸ। ਤੇ ਗੁਰੂ ਸਾਹਿਬ ਕੋਲੋਂ ਆਪਣੇ ਪੁੱਤਰ ਦੀ ਉਮਰ ਹੀ ਮੰਗ ਲੈਣੀ ਸੀਗੀ। ਹਾਂਜੀ। ਜੀਵਤ ਰਹਿਤ ਸੋ ਵਰਤੇ ਜੈਸ। ਤੇ ਮਹਾਰਾਜ ਨੇ ਤੁਹਾਨੂੰ ਕਿਹੜੀ ਨਾ ਕਰਨੀ ਸੀ, ਤੁਸੀਂ ਅਰਦਾਸ ਕਰਦੇ ਮਹਾਰਾਜ ਨੇ ਤੁਹਾਡੇ ਪੁੱਤਰ ਨੂੰ ਉਮਰ ਦੇ ਦੇਣੀ ਸੀ। ਹਾਂਜੀ। ਸੰਮਨ ਕਹਿਓ ਸਰੀਰ ਅਨਿਤ। ਤੇ ਭਾਈ ਸੰਮਣ ਕਹਿੰਦੇ ਮੈਂ ਉਮਰ ਤੇ ਮੰਗ ਲੈਂਦਾ ਫਿਰ ਇੱਕ ਦਿਨ ਮਰਨਾ ਹੀ ਨਾ ਕਹਿਣ ਲੱਗੇ। ਸਰੀਰ ਕਿਹੜਾ ਸਦਾ ਰਹਿਣਾ ਜੀ। ਸੰਗਤ ਜੀ ਇਹ ਗੱਲਾਂ ਕਰਨੀਆਂ ਸੌਖੀਆਂ ਚ ਵਾਹਿਗੁਰੂ ਮਿਹਰ ਕਰੇ ਸਭਨਾਂ ਦੇ ਘਰਾਂ 'ਚ ਸੁੱਖ ਰਵੇ। ਨਾਮ ਜਪਣ ਤੋਂ ਬਗੈਰ ਭਾਣੇ ਨਹੀਂ ਤੇ ਮੰਨੇ ਜਾਂਦੇ ਜੀ। ਬੰਦਾ ਬਹੁਤ ਦੁਖੀ ਹੁੰਦਾ ਜੀ। ਇਨ ਬਿਨਸਨ ਅਚਰਜ ਨਹਿ ਮਿਤ। ਕਹਿਣ ਲੱਗੇ ਸਰੀਰ ਨੇ ਤੇ ਬਿਨਸਣਾ ਹੀ ਹੈ, ਇਹ ਕਿਹੜਾ ਸਦਾ ਰਹਿਣਾ। ਹਾਂਜੀ। ਤਨ ਬਿਨਸੇ ਜੋ ਸ਼ੋਕ ਕਰਨ ਤੇ। ਤਿੰਨ ਸਮ ਮੂਰਖ ਅਪਰ ਨਾ ਜੰਤੇ। ਤੇ ਸਰੀਰ ਨਾਸ ਹੋਣ ਤੇ
ਜੇ ਕੋਈ ਸ਼ੋਕ ਕਰੇ ਤਾਂ ਮੂਰਖ ਹੀ ਹੈਗਾ ਕਹਿਣ ਲੱਗੇ। ਤੇ ਅਗਲੀ ਗੱਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਗੁਰ ਤੇ ਮੰਗੀਐ ਨਾਮ ਸਹਾਏ। ਗੁਰੂ ਸਾਹਿਬ ਕੋ ਉਮਰਾਂ ਨਹੀਂ ਮੰਗੀ ਦੀਆਂ, ਨਾਮ ਮੰਗੀਦਾ ਹੈ। ਨਾਮ ਮੰਗੀਦਾ ਜਿਹਨੇ ਹਰ ਥਾਂ ਸਹਾਇਤਾ ਕਰਨੀ ਹੈ। ਹਾਂਜੀ। ਜੋ ਪਰਲੋਕ ਮਹਿ ਸੰਗ ਸਿਧਾਏ। ਜਿਹੜਾ ਪਰਲੋਕ ਵਿੱਚ ਵੀ ਨਾਮ ਰਾਖੀ ਕਰਦਾ, ਗੁਰੂ ਸਾਹਿਬ ਕੋਲੋਂ ਨਾਮ ਮੰਗੀਏ, ਇਹ ਚੀਜ਼ਾਂ ਮੰਗਣ ਦਾ ਕੀ ਫਾਇਦਾ ਜੀ। ਪਿਤ ਸੁਤ 4 ਦਿਵਸ ਕੀ ਖੇਲ। ਪਿਤ ਸੁਤ 4 ਦਿਵਸ ਕੀ ਖੇਲ। ਸੰਮਣ ਦੀ ਕਹਿਣ ਲੱਗੇ ਪਿਓ ਪੁੱਤ ਬਣਨਾ 4 ਦਿਨਾਂ ਦੀ ਖੇਡ ਹੀ ਹੈਗੀ ਹੈ। ਹਾਂਜੀ। ਤਨ ਤਤ ਪੰਚ ਵਿਰੋਧੀ ਮੇਲ। 5 ਵਿਰੋਧੀ ਤੱਤਾਂ ਦਾ ਮੇਲ ਹੀ ਸਰੀਰ ਹੈਗਾ। ਕਹਿਣ ਲੱਗੇ ਹੁਣ ਤੱਤਾਂ 'ਚ ਤੱਤ ਮਿਲ ਗਏ। ਸਕੇ ਪੁੱਤਰ ਦਾ ਕੋਈ ਸੰਸਕਾਰ ਕਰਕੇ ਆਵੇ ਤੇ ਚਿਖਾ ਬਲ ਰਹੀ ਹੋਵੇ ਤੇ ਘਰ ਆ ਕੇ ਇਹੋ ਜੀਆਂ ਗੱਲਾਂ ਉਹ ਕਰੇ, ਇਹ ਕੋਈ ਮਹਾਂਪੁਰਖ ਬ੍ਰਹਮ ਗਿਆਨੀ ਸਿੱਖ ਹੀ ਹੋ ਸਕਦਾ ਹੈ ਜੀ। ਮੈਂ ਬਿਲਕੁਲ ਸੱਚੀ ਘਟਨਾ ਆਪ ਜੀ ਨੂੰ ਦੱਸਦਾ। ਚੋਲਾ ਸਾਹਿਬ ਹੈਗਾ ਜੀ, ਸਰਹਾਲੀ ਦੇ ਇਲਾਕੇ ਵਿੱਚ ਜੀ। ਉੱਥੇ ਮਹਾਂਪੁਰਖ ਹੋਏ ਆ ਬਾਬਾ ਦੇਵਾ ਸਿੰਘ ਜੀ। ਬਾਬਾ ਦੇਵਾ ਸਿੰਘ ਜੀ ਤੋਂ ਪਹਿਲਾਂ ਬਾਬਾ ਧਿਆਨ ਸਿੰਘ ਜੀ ਹੋਏ ਆ ਜੀ। ਫੌਜ ਚੋਂ ਆਏ ਸਾਨੂੰ। ਘਰੋਂ ਸਵੇਰੇ 5 ਵਜੇ ਨਿਕਲਣਾ, ਸ਼ਾਮ ਨੂੰ 5 ਵਜੇ ਘਰ ਆਉਣਾ। ਸਾਰੀ ਦਿਹਾੜੀ ਇਕਾਂਤ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਭਜਨ ਕਰਨਾ ਜੀ ਉਹਨਾਂ ਨੇ। ਬਾਬਾ ਧਿਆਨ ਸਿੰਘ ਹੋਣਾ ਜੀ। ਸ਼ਾਮ ਨੂੰ ਘਰ ਆਉਣਾ, ਪ੍ਰਸ਼ਾਦਾ ਛਕ ਕੇ ਆਰਾਮ ਕਰਨਾ ਜੀ। 12 ਘੰਟੇ ਚੌਂਕੜਾ ਮਾਰਦੇ ਸੀਗੇ ਉਹ ਜੀ। 27 ਕੁ ਸਾਲਾਂ ਦਾ ਮਹਾਂਪੁਰਖਾਂ ਦਾ ਪੁੱਤਰ, ਬੰਦੇ ਜਿਉਂਦੇ ਜਾਗਦੇ ਜਿਨ੍ਹਾਂ ਨੇ ਇਹ ਘਟਨਾ ਵੇਖੀ ਦੀ। 27 ਸਾਲਾਂ ਦਾ ਮਹਾਂਪੁਰਖਾਂ ਦਾ ਪੁੱਤਰ ਉਹਨਾਂ ਨੂੰ ਕਹਿਣ ਲੱਗਾ ਪਿਤਾ ਜੀ ਅੱਜ ਨਾ ਜਾਓ। ਮਹਾਂਪੁਰਖ ਕਹਿੰਦੇ ਕੀ ਗੱਲ। ਤੜਕੇ ਅੰਮ੍ਰਿਤ ਵੇਲੇ ਪੁੱਤ ਕਹਿ ਰਿਹਾ। ਕਹਿੰਦੇ ਕੀ ਗੱਲ। ਕਹਿਣ ਲੱਗਾ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਅੱਜ ਮੈਂ ਮਰ ਜਾਣਾ ਹੈ ਤੇ ਮੇਰੀ ਇੱਛਾ ਤੁਸੀਂ ਮੇਰੇ ਕੋਲ ਰਹੋ। ਬਿਲਕੁਲ ਚੜ੍ਹਦੀ ਕਲਾ 'ਚ ਜਵਾਨ ਪੁੱਤਰ। ਹੁਣ ਤੁਸੀਂ ਅੰਦਾਜ਼ਾ ਲਾਓ ਸੰਗਤ ਜੀ, ਪੁੱਤਰ ਵੀ ਆਮ ਨਹੀਂ ਹੋਏਗਾ, ਅਵਸਥਾ ਵਾਲਾ ਹੋਏਗਾ ਜੀ। ਕਹਿੰਦੇ ਮੈਨੂੰ ਮਹਿਸੂਸ ਹੁੰਦਾ ਜਿਵੇਂ ਮੈਂ ਅੱਜ ਮਰ ਜਾਣਾ। ਬਾਬਾ ਧਿਆਨ ਸਿੰਘ ਜੀ ਕਹਿੰਦੇ ਪੁੱਤ ਤੈਨੂੰ ਮਹਿਸੂਸ ਹੁੰਦਾ, ਮੈਨੂੰ ਪਤਾ ਹੈ ਅੱਜ ਦੁਪਹਿਰੇ 12 ਵਜੇ ਤੂੰ ਸਰੀਰ ਛੱਡ ਦੇਣਾ। ਕਹਿਣ ਲੱਗੇ ਪੁੱਤਰ 4 ਵੱਜ ਜਾਣੇ ਪਿੰਡ ਇਕੱਠੇ ਹੁੰਦਿਆਂ ਤੈਨੂੰ ਇਸ਼ਨਾਨ ਕਰਾ ਕੇ ਜਦੋਂ ਮੜੀਆਂ 'ਚ ਪਹੁੰਚਣਾ 5 ਵੱਜ ਜਾਣੇ ਤੇ ਪੁੱਤ ਜਾਣਾ ਤੇ ਤੂੰ ਹੈ ਹੀ ਹੈ। ਨਾਮ ਜਪਣ 'ਚ ਵਿਘਨ ਕਿਉਂ ਪਾਉਣਾ, ਮੈਂ ਸਿੱਧਾ ਮੜੀਆਂ 'ਚ ਹੀ ਆ ਜਾਵਾਂਗਾ। ਕਹਿਣ ਲੱਗੇ ਹਾਂਜੀ। ਸਕੇ ਪੁੱਤ ਨੇ ਇਹ ਕਿਹਾ ਤੇ ਪਿਤਾ ਨੇ ਅੱਗੋਂ ਇੰਝ ਆਖਿਆ ਜੀ। ਹਾਂਜੀ। ਤੁਸੀਂ ਅੰਦਾਜ਼ਾ ਲਾਓ ਵੀ ਗੁਰਸਿੱਖ ਕਿੱਡੀ ਕਿੱਡੀ ਅਵਸਥਾ ਦੇ ਮਾਲਕ ਹੈਗੇ। ਨਾਮ ਜਪਣ ਵਾਲੇ, ਜਿਹੜਾ 12 ਘੰਟੇ ਨਾਮ ਜਪਦਾ ਉਹਦਾ ਸੁਰਤ ਜੁੜ ਗਈ ਜੀ। ਉਹਨੂੰ ਨਹੀਂ ਮਤਲਬ ਇਹਨਾਂ ਗੱਲਾਂ ਨਾਲ। ਬੰਦੇ ਜਿਉਂਦੇ ਜਾਗਦੇ ਬੈਠੇ। ਤੇ ਦੂਸਰੀ ਉਦਾਹਰਣ ਮੈਂ ਤੁਹਾਨੂੰ ਦੇਣ ਲੱਗਾ। ਗੁਰੂ ਵਾਲੀ ਪਿੰਡ ਭਗਤ ਗੁਰ ਕਿਰਪਾਲ ਸਿੰਘ ਜੀ ਮਹਾਂਪੁਰਖ ਹੋਏ ਨੇ ਉੱਥੇ। ਮਹਾਂਪੁਰਖਾਂ ਦੇ 3 ਪੁੱਤਰ ਸਨ ਜੀ। ਇੱਕ ਪੁੱਤਰ ਗੁਰੂ ਤੇਗ ਬਹਾਦਰ ਹਸਪਤਾਲ ਇਲਾਜ ਅਧੀਨ ਦਾਖਲ ਕਰਾਇਆ ਸੀ ਉਹਨਾਂ ਨੇ ਜੀ। ਹਾਂਜੀ। ਪਹਿਲਾਂ ਚੱਲਦਾ ਹੁੰਦਾ ਸੀ ਗੁਰੂ ਤੇਗ ਬਹਾਦਰ ਹਸਪਤਾਲ, ਹੁਣ ਨਹੀਂ ਚੱਲਦਾ ਜੀ। ਉਹ ਕ੍ਰਿਸਟਲ ਚੌਂਕ ਵਾਲਾ ਜੀ। ਉੱਥੇ ਦਾਖਲ ਕਰਾਇਆ ਜੀ। ਡਾਕਟਰਾਂ ਨੇ ਛੁੱਟੀ ਦੇ ਦਿੱਤੀ, ਮੁੰਡਾ ਰਾਜੀ ਖੁਸ਼ੀ ਹੋਣ ਲੱਗ ਪਿਆ ਜੀ। ਉਹ ਮਹਾਂਪੁਰਖ ਨਾ ਚੌਂਕ ਮਹਾ ਸਿੰਘ ਇੱਕ ਵੈਦ ਦੀ ਦੁਕਾਨ ਸੀਗੀ, ਉੱਥੇ ਬੈਠੇ ਸੀਗੇ ਡਾਕਟਰ ਕੋ ਜੀ। ਉੱਥੇ ਬੈਠੇ ਉਹਨੂੰ ਰਿਪੋਰਟ ਵਿਖਾਈ ਜੀ ਵੈਦ ਡਾਕਟਰ ਨੂੰ। ਉਹ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਮਹਾਂਪੁਰਖੋ ਬੇਟਾ ਤੁਹਾਡਾ ਬਿਲਕੁਲ ਠੀਕ ਠਾਕ ਹੈ। ਕਹਿਣ ਲੱਗੇ ਹਾਂ ਠੀਕ ਠਾਕ ਹੈ, ਮੈਨੂੰ ਪਤਾ ਹੈ। ਕਹਿਣ ਲੱਗੇ ਘੜੀ ਵੇਖ ਲੈ, 11 ਵਜੇ ਇੱਕ ਬੰਦਾ ਇੱਥੇ ਆਏਗਾ ਸਾਡੇ ਕੋਲ, ਉਹ ਆਖੇਗਾ ਸਾਨੂੰ ਵੀ ਤੁਹਾਡਾ ਪੁੱਤ ਚਾਲਾ ਮਾਰ ਗਿਆ। ਉਹੋ ਹੀ। ਉਹ ਬੜਾ ਹੈਰਾਨ ਹੋਇਆ ਜੀ। ਉਹ ਵਾਕਿਆ ਹੋਇਆ ਜੀ। 11 ਵਜੇ
ਬੰਦਾ ਆਇਆ, ਉਹ ਕਹਿੰਦਾ ਭਗਤ ਜੀ ਤੁਸੀਂ ਇੱਥੇ ਬੈਠੇ ਜੇ, ਪੁੱਤ ਆਪਣਾ ਨਿੱਕਾ ਚਾਲਾ ਮਾਰ ਗਿਆ। ਭਗਤ ਜੀ ਉੱਠੇ, ਦਰਬਾਰ ਸਾਹਿਬ ਵੱਲ ਨੂੰ ਮੁੱਖ ਕਰਕੇ ਨਾ ਕਿੰਨਾ ਸਮਾਂ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਰਹੇ ਜੀ। ਡਾਕਟਰ ਕਹਿਣ ਲੱਗਾ ਵੀ ਤੁਹਾਨੂੰ ਤੇ ਘਰ ਜਾਣਾ ਚਾਹੀਦਾ, ਤੁਸੀਂ ਕਿੰਨਾ ਚਿਰ ਖਲੋਣ ਲੱਗੇ ਆ, ਲਾਤਾ ਖਲੋਤਿਆਂ ਹੀ ਲਾਤਾ। ਮਹਾਂਪੁਰਖ ਕਹਿੰਦੇ ਭਾਈ ਗੁਰਮੁਖਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਹਿਣ ਲੱਗੇ ਕਿ ਭਗਤ ਜੀ ਜੇ ਆਖੋ ਤੇ ਤੁਹਾਡੇ ਪੁੱਤਰ ਨੂੰ ਉਮਰ ਹੋਰ ਦੇ ਦਈਏ। ਕਹਿੰਦੇ ਮੈਂ ਮਹਾਰਾਜ ਨੂੰ ਕਹਿ ਰਿਹਾ ਹਾਂ ਵੀ ਸੱਚੇ ਪਾਤਸ਼ਾਹ ਸਰੀਰ ਤੇ ਜਾਣਾ ਹੀ ਹੈ ਇੱਕ ਦਿਨ, ਤੇ ਕੋਈ ਗੱਲ ਨਹੀਂ, ਮਹਾਰਾਜ ਹੁਣੇ ਹੀ ਆਪਣੇ ਚਰਨਾਂ 'ਚ ਉਹਨੂੰ ਰੱਖ ਲਓ। ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਰੱਖ ਲਓ ਉਹਨੂੰ, ਤੁਹਾਡੇ ਕੋਲ ਰਹੇਗਾ, ਠੀਕ ਰਹੇਗਾ ਮਹਾਰਾਜ। ਹਾਂਜੀ, 9 ਪਾਠ ਸੁਖਮਣੀ ਸਾਹਿਬ ਦੇ ਬੋਲ ਕੇ ਕਰਦੇ ਸੀ ਤੇ 9 ਘੰਟੇ ਵਾਹਿਗੁਰੂ ਵਾਹਿਗੁਰੂ ਜਪਦੇ ਸੀਗੇ ਜੀ ਉਹ ਜੀ। ਅਵਸਥਾ ਵਾਲਿਆਂ ਦੀਆਂ ਗੱਲਾਂ, ਕਮਾਈ ਵਾਲਿਆਂ ਦੀਆਂ ਗੱਲਾਂ। ਮੇਰੇ ਵਰਗਾ 5 ਮਿੰਟ ਨਹੀਂ ਚੌਂਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਦਾ। ਸਾਡੀ ਨਹੀਂ ਗੱਲ ਹੈਗੀ ਇਹ ਕਮਾਈ ਵਾਲਿਆਂ ਦੀਆਂ ਗੱਲਾਂ ਨੇ। ਕਪੂਰ ਦੇਵ ਜੀ ਨੇ ਭਾਈ ਸੰਮਣ ਵੱਲ ਵੇਖਿਆ, ਹੁਣੇ ਪੁੱਤ ਦਾ ਸੰਸਕਾਰ ਕਰਕੇ ਆਇਆ ਤੇ ਕਹਿ ਰਿਹਾ ਵੀ ਗੁਰੂ ਕੋਲੋਂ ਪੁੱਤਰ ਦੀ ਉਮਰਾਂ ਨਹੀਂ ਮੰਗੀ ਦੀਆਂ, ਨਾਮ ਮੰਗੀਦਾ। ਹਾਂਜੀ, ਨਿਜ ਫਲ ਭੋਗੇ ਤੇ ਹੋਏ ਭਿੰਨ, ਗੱਜ ਕੇ ਆਖੋ ਵਾਹਿਗੁਰੂ। ਤੇ ਨਿਜ ਫਲ ਭੋਗੇ ਤੇ ਹੋਏ ਭਿੰਨ, ਕਹਿ ਭਾਈ ਸੰਮਣ ਜੀ ਕਹਿ ਰਹੇ ਆ ਕਪੂਰ ਦੇਵ ਨੂੰ, ਉਹਨੇ ਆਪਣੇ ਫਲ ਭੋਗ ਲਏ, ਜਿੰਨੀ ਉਮਰ ਹੁਣ ਵੱਖ ਹੋ ਗਿਆ ਸਾਡੇ ਤੋਂ। ਇਹ ਤੇ 4 ਦਿਨਾਂ ਦੀ ਖੇਡ ਹੈਗੀ ਪਿਓ ਪੁੱਤ ਬਣਨਾ। ਕੋਈ ਮਰਹਿ ਨਹੀਂ ਕੋ ਜਨ, ਹਾਂ, ਨਾ ਕੋਈ ਜੰਮਦਾ ਨਾ ਕੋਈ ਮਰਦਾ। ਹਾਂਜੀ, ਆਪਨ ਸਰੂਪ ਵਿਸਾਰ ਲਹਿ ਦੁੱਖ, ਬਸ ਬੰਦੇ ਨੂੰ ਦੁੱਖ ਤਾਂ ਹੁੰਦਾ ਆਪਣਾ ਸਰੂਪ ਭੁੱਲ ਜਾਂਦਾ ਵੀ ਮੈਂ ਹੈ ਕੀ ਹੈ। ਮੂਲ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਟੁੱਟ ਜਾਂਦਾ। ਹਾਂਜੀ, ਗੁਰ ਕੇ ਬਾਕ ਵਿਚਾਰਨ ਤੇ ਸੁਖ, ਕਹਿਣ ਲੱਗੇ ਸੁਣ ਲਾ ਕਪੂਰ ਦੇਵ, ਗੁਰੂ ਦੀ ਬਾਣੀ ਵਿਚਾਰੀਏ ਤੇ ਸੁੱਖ ਮਿਲਦਾ ਈ। ਬਾਣੀ 'ਚ ਲਿਖਿਆ ਜੰਮਣ ਮਰਣਾ ਹੁਕਮ ਹੈ, ਭਾਣੇ ਆਵੇ ਜਾਏ। ਹਾਂਜੀ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਹਾਂ, ਕਹਿਣ ਲੱਗਾ ਮਹਾਰਾਜ ਦੀ ਬਾਣੀ ਹੈਗੀ ਨਾ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਹਾਂਜੀ, ਆਪਨ ਚਲਿਤ ਆਪ ਹੀ ਕਰੈ, ਆਪਨ ਚਲਿਤ ਆਪ ਹੀ ਕਰੇ, ਨਾ ਜੰਮਦਾ ਨਾ ਮਰਦਾ, ਆਪਣੀ ਰੱਬ ਦੀ ਖੇਡ ਰੱਬ ਖੇਡ ਰਿਹਾ। ਹਾਂਜੀ, ਇਹੋ ਗੁਰ ਬਾਗ ਵਿਚਾਰਹੁ ਤਾਸ, ਮੇਰੇ ਪੁੱਤਰ ਦੀ ਮੌਤ ਨਹੀਂ ਹੋਈ, ਉਹ ਗੁਰੂ ਜੀ ਦੇ ਚਰਨਾਂ 'ਚ ਚਲੇ ਗਿਆ। ਸਰੀਰ ਦਾ ਸੰਸਕਾਰ ਕੀਤਾ, ਪੁੱਤ ਦਾ ਥੋੜੀ ਕੀਤਾ ਹੈ। ਪੁੱਤ ਤੇ ਅੰਦਰ ਹੈ ਨਾ, ਸਰੀਰ ਤੇ ਪਿੰਜਰਾ ਹੈ। ਇਸ ਕਰਕੇ ਕਹਿਣ ਲੱਗੇ ਇਸ ਗੱਲ ਦੀ ਵਿਚਾਰ ਵਿੱਚ ਸੁੱਖ ਹੈਗਾ। ਹਾਂਜੀ, ਘਟ ਮਟਤੇ ਨਾ ਵਿਕਾਰ ਆਕਾਸ਼, ਤੇ ਕਹਿਣ ਲੱਗੇ ਜਿਵੇਂ ਘਟ ਮਟ ਤੇ ਵਿਕਾਰ ਆਕਾਸ਼, ਘਟ ਤੇ ਮਟ ਉਪਾਧੀ ਕਰਕੇ ਆਕਾਸ਼ ਵਿਕਾਰੀ ਨਹੀਂ ਹੁੰਦਾ। ਭਾਵ ਕਹਿਣ ਲੱਗੇ ਜਿਵੇਂ ਘੜਾ, ਉਹਦੇ ਪਾਣੀ ਵਿੱਚ ਆਕਾਸ਼ ਵੇਖਦਾ ਹੈ। ਬੰਦਾ ਘੜੇ ਵਿੱਚ ਵੇਖਦਾ ਆਕਾਸ਼ ਹੈਗਾ। ਹਾਂਜੀ, ਪਰ ਜਦੋਂ ਘੜਾ ਟੁੱਟ ਜੇ ਆਕਾਸ਼ ਤੇ ਤਾਂ ਵੀ ਰਹਿਣਾ ਹੀ ਹੈ ਨਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਸਰੀਰ ਹੀ ਟੁੱਟਾ ਹੈ, ਆਤਮਾ ਤਾਂ ਹੈਗੀ ਹੈ ਨਾ, ਉਹ ਗੁਰੂ ਜੀ ਦੇ ਚਰਨਾਂ 'ਚ ਚਲੇਗੀ। ਹਾਂਜੀ, ਤਿਮ ਤਨ ਜਨਮੇ ਮਰਨ ਮਝਾਰੋ, ਬਸ ਇਸੇ ਤਰ੍ਹਾਂ ਹੀ ਸਰੀਰ ਹੈ, ਜਨਮ ਮਰਨ ਵਿੱਚ ਆਉਂਦਾ ਹੈ। ਹਾਂਜੀ, ਆਤਮ ਰਹਿ ਦੋਹਨ ਤੇ ਨਿਆਰੋ, ਆਤਮਾ ਨਾ ਜੰਮਦੀ ਨਾ ਮਰਦੀ, ਆਤਮਾ ਤੇ ਜਨਮ ਮਰਨ ਤੋਂ ਵੱਖਰੀ ਹੈ। ਹਾਂਜੀ, ਸੁਨਤ ਕਪੂਰ ਦੇਉ ਕਰ ਬੰਦਨ, ਭਾਈ ਕਪੂਰ ਦੇਵ ਜੀ ਨੇ ਭਾਈ ਸੰਮਣ ਨੂੰ ਵੇਖ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਆਖੋ ਧੰਨ ਭਾਈ ਸੰਮਣ ਜੀ। ਧੰਨ ਭਾਈ ਸੰਮਣ ਜੀ। ਕਹਾਂ ਐਦਾਂ ਨਹੀਂ, ਗੱਜ ਕੇ ਕਹੋ ਧੰਨ ਗੁਰੂ ਸਿੱਖ ਮੋਹ ਨਿਕੰਦਨ, ਕਹਿਣ ਲੱਗੇ ਧੰਨ ਹੋ ਤੁਸੀਂ ਮੋਹ ਨੂੰ ਦੂਰ ਕੀਤਾ। ਕਪੂਰ ਜੀ ਨੇ ਆਖਿਆ ਸੀ ਨਾ ਮਹਾਰਾਜ ਉਹ ਸਿੱਖ ਦੇ ਦਰਸ਼ਨ ਕਰਾਓ ਜਿਹਦਾ ਮਨ ਨਿਰਮਲ ਹੋਵੇ, ਮਨ ਸ਼ੁੱਧ ਹੋਵੇ ਜੀ। ਇਹਦੇ ਤੋਂ ਵੱਡੀ ਸ਼ੁੱਧਤਾ ਹੀ ਆਪਾਂ ਕੀ ਭਾਲ ਸਕਦੇ ਹਾਂ। ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ, ਬੰਦਾ ਤਾਂ ਵੀ ਨਾਮ ਜਪੇ। ਅੱਛਾ, ਸਾਡੇ ਵਰਗਿਆਂ ਨੂੰ ਪਤਾ ਨਹੀਂ ਹੈ, ਭਾਣਾ ਵਰਤਦੇ ਅਸੀਂ ਦੁਖੀ ਹੁੰਦੇ ਹਾਂ ਜੀ। ਜਿੱਥੇ ਇੱਕ ਦਿਨ ਪਹਿਲਾਂ ਹੀ ਸਾਰਾ ਕੁਝ ਪਤਾ ਜੀ, ਫਿਰ ਵੀ ਉਹ ਖੁਸ਼ ਨੇ ਜੀ, ਫਿਰ ਵੀ ਖੁਸ਼ ਨੇ। ਇਹ ਨਾਮ ਜਪਣ ਵਾਲਿਆਂ ਦੀਆਂ ਅਸਚਰਜ ਬਾਤਾਂ ਹਨ, ਅਸਚਰਜ ਬਾਤਾਂ।
ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਅਸੀਂ ਵੀ ਨਾਮ ਜਪਿਆ ਕਰੀਏ, ਨਾਮ ਜਪ ਕੇ ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਸਮਾਈਏ ਜੀ। ਹੁਣ ਸਾਰੇ 2 ਮਿੰਟ ਲਾਈਏ, ਭਜਨ ਕਰੀਏ। ਤੇ ਸਾਰੇ ਨਾਮ ਜਪੀਏ। ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਐ ਜੁੜ ਕੇ ਪ੍ਰੇਮ ਨਾਲ, ਇਹੋ ਹੀ ਤੱਤ ਹੈਗਾ ਜੀ। ਵਾਹਿਗੁਰੂ 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 ਵਾਹਿਗੁਰੂ। ਇਹੋ ਹੀ ਤੱਤ ਹੈ ਜੀ। ਇਹਨੂੰ ਜਪ ਕੇ ਉੱਚ ਅਵਸਥਾ ਬਣਨੀ ਹੈ ਜੀ। ਇਹਨੇ ਸੁਰਤ ਤਾਂ ਖੜਨੀ ਹੈ ਜੀ, ਪਰ ਨਾਲ ਗੁਰੂ ਜੀ ਦੀ ਮਿਹਰ ਚਾਹੀਦੀ ਹੈ ਜੀ। ਸਤਿਗੁਰੂ ਜੀ ਸਾਡੇ ਤੇ ਸਦਾ ਹੀ ਮਿਹਰ ਕਰਿਓ, ਕਿਰਪਾ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।